प्यारे बच्चों लास्ट ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਜਦੋਂ ਕੋਈ ਚਾਰਜ ਪਾਰਟੀਕਲ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਪਰਪੈਂਡੀਕੂਲਰ ਐਂਟਰ ਕਰਦਾ ਹੈ ਤੇ ਉਹਦਾ ਜਿਹੜਾ ਪਾਥ ਹੈ ਉਹ ਪੈਰਾਬੋਲਾ ਹੋ ਜਾਂਦਾ ਹੈ। ਇਹ ਲਾਸਟ ਆਰਟੀਕਲ 'ਚ ਅਸੀਂ ਪੈਰਾਬੋਲਿਕ ਇਕੁਏਸ਼ਨ ਡਰਾਈਵ ਕਰਕੇ ਤੁਹਾਨੂੰ ਸਾਰਾ ਸਮਝਾਇਆ। ਅੱਜ ਦਾ ਜਿਹੜਾ ਆਰਟੀਕਲ ਹੈ ਅੱਜ ਵੀ ਉਸ ਤਰ੍ਹਾਂ ਦਾ ਹੀ ਆਰਟੀਕਲ ਹੈ, ਪਰ ਅੱਜ ਅਸੀਂ ਮੋਸ਼ਨ ਚਾਰਜ ਪਾਰਟੀਕਲ ਦੀ ਸਟੱਡੀ ਕਰਨੀ ਹੈ ਇਨ ਯੂਨੀਫਾਰਮ ਮੈਗਨੈਟਿਕ ਫੀਲਡ। ਹੁਣ ਮੈਗਨੈਟਿਕ ਫੀਲਡ ਦੇ ਵਿੱਚ ਅਸੀਂ ਚਾਰਜ ਪਾਰਟੀਕਲ ਦੀ ਜਿਹੜੀ ਹੈ ਉਹ ਸਟੱਡੀ ਕਰਾਂਗੇ। ਨਾਓ ਟੁਡੇਜ਼ ਆਰਟੀਕਲ ਇਜ਼ motion of a charge particle in a uniform magnetic field। ਜੋ ਰਿਜ਼ਲਟ ਅੱਜ ਦੇ ਆਰਟੀਕਲ ਦਾ ਨਿਕਲੇਗਾ ਉਹਨੂੰ ਤੁਸੀਂ ਨਾਲ ਦੇ ਨਾਲ ਯਾਦ ਵੀ ਰੱਖਣਾ ਹੈ, ਕਿਉਂਕਿ ਉਹ 1 ਮਾਰਕਸ ਦਾ ਜਿਹੜਾ ਹੈ ਕੁਐਸਚਨ ਪੁੱਛਿਆ ਜਾ ਸਕਦਾ ਹੈ। ਨਾਓ ਕਮ ਟੂ ਦਾ ਡਾਇਗਰਾਮ। ਇਨ ਦਿਸ ਡਾਇਗਰਾਮ the horizontal lines ਜਿਹੜੀਆਂ ਇੱਕ ਦੂਸਰੇ ਦੇ ਪੈਰਲਲ ਨੇ they are representing the uniform magnetic field। ਸਾਡਾ ਜਿਹੜਾ ਮੈਗਨੈਟਿਕ ਫੀਲਡ ਹੈ ਬਿਲਕੁਲ ਪਲੇਨ ਆਫ ਪੇਪਰ, ਤੁਹਾਡੀ ਕਾਪੀ ਤੇ ਜਦੋਂ ਤੁਸੀਂ ਵਾਓਗੇ ਇਹਨੂੰ ਉਹ ਪਲੇਨ ਆਫ ਪੇਪਰ ਦੇ ਵਿੱਚ ਸ਼ੋ ਕੀਤਾ ਹੈ, ਜਾਂ ਮੈਂ ਬੋਲਾਂਗਾ ਪਲੇਨ ਆਫ ਬਲੈਕ ਬੋਰਡ ਦੇ ਵਿੱਚ ਅਸੀਂ ਮੈਗਨੈਟਿਕ ਫੀਲਡ ਨੂੰ ਅਸੀਂ ਸ਼ੋ ਕੀਤਾ ਹੈ। ਤੇ ਯੂਨੀਫਾਰਮ ਫੀਲਡ ਵਾਸਤੇ ਇਹਨੂੰ ਅਸੀਂ ਪੈਰਲਲ ਲਾਈਨਸ ਦੇ ਨਾਲ ਅਸੀਂ ਇਹਨੂੰ ਸ਼ੋ ਕਰਤਾ। ਇਹ ਸਾਡਾ ਹੋ ਗਿਆ ਮੈਗਨੈਟਿਕ ਫੀਲਡ। ਇਸ ਮੈਗਨੈਟਿਕ ਫੀਲਡ ਦੇ ਅੰਦਰ O ਪੁਆਇੰਟ ਤੋਂ ਇੱਕ ਚਾਰਜ ਪਾਰਟੀਕਲ, ਮੰਨ ਲਓ ਵੀ ਸਾਡੇ ਕੋਲ +Q ਚਾਰਜ ਹੈ, ਇੱਕ ਚਾਰਜ ਪਾਰਟੀਕਲ ਜਿਹੜਾ ਹੈ ਮੈਗਨੈਟਿਕ ਫੀਲਡ ਦੇ ਅੰਦਰ ਐਂਟਰ ਕਰ ਗਿਆ ਐਟ ਐਨ ਐਂਗਲ ਥੀਟਾ। ਦੇਖੋ magnetic field is along this direction, along x axis, ਤੇ ਚਾਰਜ ਪਾਰਟੀਕਲ ਵੈਲੋਸਿਟੀ v ਦੇ ਨਾਲ ਉਹ ਐਂਟਰ ਕਰ ਗਿਆ, ਜਿੰਨੇ ਮੈਗਨੈਟਿਕ ਫੀਲਡ ਦੇ ਨਾਲ ਕਿੰਨਾ ਐਂਗਲ ਬਣਾਇਆ, ਦੇਖੋ ਥੀਟਾ ਐਂਗਲ ਮੈਗਨੈਟਿਕ ਫੀਲਡ 'ਚ ਐਂਟਰ ਕਰ ਗਿਆ। ਨਾਓ this velocity vector will have two components। ਇਸ velocity vector ਦੇ ਸਾਡੇ ਕੋਲ ਦੋ ਕੰਪੋਨੈਂਟਸ ਹੋਣਗੇ, ਇੱਕ ਕਿਹੜਾ ਹੋਏਗਾ v cos θ ਤੇ ਦੂਸਰਾ ਕੰਪੋਨੈਂਟ ਕਿਹੜਾ ਹੋਏਗਾ ਸਾਡੇ ਕੋਲ v sin θ। ਤੇ ਕੰਪੋਨੈਂਟ ਅਸੀਂ ਕਿਸ ਤਰ੍ਹਾਂ ਬਣਾਉਂਦੇ ਆ, ਉਸ ਵੈਕਟਰ ਦੀ ਟੇਲ ਤੇ ਜਾ ਕੇ ਦੋ ਪਰਪੈਂਡੀਕੂਲਰ ਜਿਹੜੇ ਨੇ ਅਸੀਂ ਵੈਕਟਰ ਡਰਾ ਕੀਤੇ, ਇੱਕ ਆ ਹੋ ਗਿਆ ਤੇ ਇੱਕ ਤੁਹਾਡੇ ਕੋਲ ਆ ਸ਼ੋ ਕੀਤਾ। ਜਿਹੜੇ ਪਾਸੇ ਐਂਗਲ ਬਣਦਾ ਹੈ ਇਹ ਸਾਰਾ ਤੁਸੀਂ +1 ਚ ਸਟੱਡੀ ਕਰ ਚੁੱਕੇ ਜੇ ਰੈਜ਼ੋਲੂਸ਼ਨ ਬਾਰੇ। ਜਿਹੜੇ ਪਾਸੇ ਐਂਗਲ ਸ਼ੋ ਕੀਤਾ ਹੈ ਉਸ ਪਾਸੇ ਆ ਗਿਆ v cos θ ਕੰਪੋਨੈਂਟ, ਤੇ ਇਹਦੇ ਬਿਲਕੁਲ ਸਾਡਾ ਪਰਪੈਂਡੀਕੂਲਰ ਕੰਪੋਨੈਂਟ ਕਿਹੜਾ ਆ ਗਿਆ ਸਾਡੇ ਕੋਲ v sin θ। ਇਹ ਸਾਡੇ ਕੋਲ ਵੈਲੋਸਿਟੀ ਦੇ ਦੋ ਕੰਪੋਨੈਂਟ ਨੇ, ਇੱਕ ਹੈਗਾ ਸਾਡੇ ਕੋਲ v sin θ ਤੇ ਦੂਸਰਾ ਕੰਪੋਨੈਂਟ ਹੈਗਾ ਸਾਡੇ ਕੋਲ v cos θ। ਇਹ ਦੋ ਕੰਪੋਨੈਂਟ ਸਾਡੇ ਕੋਲ ਆ ਗਏ। ਇੱਕ ਕੰਪੋਨੈਂਟ ਜਿਹੜਾ v cos θ ਹੈ ਇਹਦਾ ਨਾਮ ਆਪਣੀ ਵੱਲੋਂ ਮੈਂ v1 ਲਿਖ ਲਿਆ ਫॉर ਕਨਵੀਨੀਅੰਸ ਕਰਕੇ, ਆਪਣੇ ਸ਼ਾਰਟਕਟ ਵਾਸਤੇ ਮੈਂ ਇਹਨੂੰ v1 ਕਹਤਾ। ਤੇ ਜਿਹੜਾ v sin θ ਕੰਪੋਨੈਂਟ ਹੈ ਇਸ ਨੂੰ ਅਸੀਂ ਕਹਿ ਦਿੰਦੇ ਆ v2। ਆਈ ਥਿੰਕ ਕਿ ਤੁਹਾਨੂੰ ਕਲੀਅਰ ਹੋ ਗਿਆ। ਵਾਟ ਇਜ਼ ਦਿਸ? ਦਿਸ ਇਜ਼ ਦਾ ਯੂਨੀਫਾਰਮ ਮੈਗਨੈਟਿਕ ਫੀਲਡ and charge particle enter with velocity v making an angle theta with magnetic field। it have two components, one is v cos and other is v sin। ਇੱਕ ਨੂੰ v1 ਕਹਤਾ, ਇੱਕ ਨੂੰ ਅਸੀਂ v2 ਕਹਤਾ। now ਇਹਨਾਂ ਦੋਨਾਂ ਕੰਪੋਨੈਂਟ ਨੂੰ ਧਿਆਨ ਨਾਲ ਦੇਖੋ ਤੇ ਮੈਨੂੰ ਦੱਸੋ ਕਿ ਕਿਹੜਾ ਕੰਪੋਨੈਂਟ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੇ ਅਲੋਂਗ ਹੈ। ਜਿੱਧਰ ਨੂੰ ਮੈਗਨੈਟਿਕ ਫੀਲਡ ਹੈ ਉਧਰ ਹੀ ਮੇਰਾ ਕੰਪੋਨੈਂਟ ਆ ਗਿਆ। ਇਹਨਾਂ ਦੋਨਾਂ ਵਿੱਚੋਂ ਕਿਹੜਾ ਹੈ? ਇਧਰ ਮੈਗਨੈਟਿਕ ਫੀਲਡ ਤੇ ਇਸ ਪਾਸੇ ਕੰਪੋਨੈਂਟ ਕਿਹੜਾ ਆ ਗਿਆ ਸਾਡੇ ਕੋਲ v cos θ। ਕਹਿਣ ਦਾ ਮਤਲਬ v1 ਜਿਹੜਾ ਕੰਪੋਨੈਂਟ ਹੈ ਇਟ ਇਜ਼ ਇਨ ਦਾ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ। ਇਹ ਸਾਡਾ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਚ ਆ ਗਿਆ। ਕਲੀਅਰ? ਨਾਓ ਦਾ ਸੈਕੰਡ ਕੰਪੋਨੈਂਟ v sin θ, ਜਿਸ ਨੂੰ ਅਸੀਂ ਕੀ ਕਹਤਾ v2 ਕਿਹਾ, that component is perpendicular to the, ਕਿਹਦੇ perpendicular ਹੈ? to the direction of
ਮੈਗਨੈਟਿਕ ਫੀਲਡ। ਉਹ ਕੰਪੋਨੈਂਟ ਸਾਡਾ ਜਿਹੜਾ ਹੈ ਮੈਗਨੈਟਿਕ ਫੀਲਡ ਦੇ ਪਰਪੈਂਡੀਕੂਲਰ ਸਾਡਾ ਜਿਹੜਾ ਆ ਗਿਆ। ਜਦੋਂ ਅਸੀਂ ਪਿੱਛੇ ਲੌਰੈਂਜ ਫੋਰਸ ਬਾਰੇ ਅਸੀਂ ਸਟੱਡੀ ਕੀਤਾ ਸੀ, ਉਦੋਂ ਅਸੀਂ ਪੜਿਆ ਸੀ ਕਿ ਜਿਹੜੀ ਲੌਰੈਂਜ ਫੋਰਸ ਹੈ ਉਹਦਾ ਫਾਰਮੂਲਾ ਕੀ ਹੁੰਦਾ ਹੈ, QVB ਅੱਗੇ ਆਂਦਾ ਤੁਹਾਡੇ ਕੋਲ sin ਥੀਟਾ। ਇਹ ਫਾਰਮੂਲਾ ਅਸੀਂ ਆਲਰੇਡੀ ਡਿਸਕਸ ਕੀਤਾ ਸੀ ਕਿ ਜਦੋਂ ਵੀ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ 'ਚ ਐਂਟਰ ਕਰੇ ਉਹਦੇ ਉੱਪਰ ਜਿਹੜੀ ਹੈ ਫੋਰਸ ਲੱਗਦੀ ਹੈ, ਪਰ ਕੁਝ ਕੇਸਿਸ ਦੇ ਵਿੱਚ ਫੋਰਸ ਨਹੀਂ ਵੀ ਲੱਗਦੀ। ਨਾਓ ਉਹ ਡਿਪੈਂਡ ਕਰਦੀ ਹੈ ਐਂਗਲ ਤੇ। ਹੁਣ ਜੇ ਅਸੀਂ ਗੱਲ ਕਰੀਏ V1 ਦੀ, ਧਿਆਨ ਨਾਲ ਸਮਝਣਾ ਬੇਟਾ, ਬੜਾ ਇੰਪੋਰਟੈਂਟ ਹੈ ਇੱਥੇ। ਜੇ ਅਸੀਂ V1 ਦੀ ਗੱਲ ਕਰੀਏ, V1 ਕਿਹੜਾ ਹੈਗਾ, V cos ਥੀਟਾ। ਇਹਨੂੰ ਮੈਂ ਇੱਥੇ ਲਿਖ ਦੇਣਾ V1। V1 ਕਿਹਦੇ ਅਲੋਂਗ ਹੈ, ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੇ ਅਲੋਂਗ। ਇਹਦਾ ਮਤਲਬ V1 ਤੇ ਮੈਗਨੈਟਿਕ ਫੀਲਡ ਵਿੱਚ ਕਿੰਨਾ ਐਂਗਲ ਹੋ ਗਿਆ, 0 ਡਿਗਰੀ ਐਂਗਲ ਹੋ ਗਿਆ, ਕਿਉਂਕਿ V1 ਇਜ਼ ਪੈਰਲਲ ਟੂ ਦਾ ਮੈਗਨੈਟਿਕ ਫੀਲਡ। ਤੇ ਜਿਹੜੇ ਪੈਰਲਲ ਹੁੰਦੇ ਨੇ ਉਹਨਾਂ 'ਚ ਐਂਗਲ ਕਿੰਨਾ ਹੁੰਦਾ ਹੈ, ਸਾਡੇ ਕੋਲ ਹੁੰਦਾ ਹੈ 0। ਇਹਦਾ ਮਤਲਬ ਆਹ ਵਾਲਾ ਜਿਹੜਾ ਹੈ, ਜਦੋਂ ਮੈਂ ਵੈਲੋਸਿਟੀ ਦੀ ਗੱਲ ਕਰਾਂਗਾ V1, ਇੱਥੇ V1 ਆਏਗੀ ਤੇ ਇੱਥੇ ਜਿਹੜਾ ਸਾਡਾ ਐਂਗਲ ਕਿੰਨਾ ਆਏਗਾ, ਸਾਡੇ ਕੋਲ ਐਂਗਲ ਆਏਗਾ 0। ਬਟ sin 0 ਕਿੰਨਾ ਹੁੰਦਾ ਹੈ, sin 0 ਦੀ ਵੈਲਿਊ ਹੁੰਦੀ ਹੈ ਸਾਡੇ ਕੋਲ 0। ਤੇ ਜੇ sin 0 0 ਹੈ, ਇਹ ਸਾਰਾ ਹੀ ਕਿੰਨਾ ਹੋ ਗਿਆ, 0। ਇਹਦਾ ਮਤਲਬ ਜਿਹੜਾ V1 ਕੰਪੋਨੈਂਟ ਹੈ, V cos ਥੀਟਾ ਜਿਹੜਾ ਕੰਪੋਨੈਂਟ ਹੈ, ਇਹਦੇ ਕਰਕੇ ਸਾਡੇ ਕੋਲ ਲੌਰੈਂਜ ਫੋਰਸ ਚਾਰਜ ਪਾਰਟੀਕਲ ਉੱਪਰ ਐਕਟ ਨਹੀਂ ਕਰੇਗੀ, because this component of velocity is in the direction of magnetic field. I think clear? ਇਹਦੇ ਕਰਕੇ ਲੌਰੈਂਜ ਫੋਰਸ ਜਿਹੜੀ ਹੈ ਨਹੀਂ ਐਕਟ ਕਰੇਗੀ। Now the second component ਦੇਖੋ ਧਿਆਨ ਨਾਲ, ਜਿਹਦਾ ਨਾਮ ਅਸੀਂ V2 ਰੱਖਿਆ। ਆ ਜੇ ਸਾਡਾ ਜਿਹੜਾ V2, V sin ਥੀਟਾ, ਇਹ ਬਿਲਕੁਲ ਮੈਗਨੈਟਿਕ ਫੀਲਡ ਦੇ, ਧਿਆਨ ਨਾਲ ਦੇਖੋ, ਪਰਪੈਂਡੀਕੂਲਰ ਹੈ। ਮੈਗਨੈਟਿਕ ਫੀਲਡ ਦੇ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਸਾਡੇ ਕੋਲ ਇਹ ਆ ਗਿਆ। ਨਾਓ ਹਾਊ ਟੂ ਰਿਪਰੈਜ਼ੈਂਟ, ਤੇ ਜੇ ਇਹਦੇ ਵਾਸਤੇ ਅਸੀਂ ਫੋਰਸ ਨਿਕਾਲਣੀ ਹੈ ਤੇ ਇੱਥੇ ਆਪਾਂ ਲਿਖਾਂਗੇ V2 ਤੇ ਐਂਗਲ ਕਿੰਨਾ ਆਏਗਾ, ਧਿਆਨ ਨਾਲ ਦੇਖੋ। V2 ਇਧਰ ਨੂੰ y ਵਾਲੇ ਪਾਸੇ, ਮੈਗਨੈਟਿਕ ਫੀਲਡ ਹੈਗਾ ਸਾਡਾ x ਐਕਸਿਸ ਦੇ ਅਲੋਂਗ, ਤੇ ਐਂਗਲ ਆ ਗਿਆ ਸਾਡੇ ਕੋਲ 90 ਤੇ sin 90 ਦੀ ਵੈਲਿਊ ਕਿੰਨੀ ਆ ਗਈ, 1। ਇਹ 1 ਹੋਣ ਕਰਕੇ ਸਾਡੇ ਕੋਲ ਜਿਹੜਾ ਹੈ ਆਨਸਰ ਕਿੰਨਾ ਆਏਗਾ, ਲੌਰੈਂਜ ਫੋਰਸ ਕਹਿਣ ਦਾ ਮਤਲਬ ਐਕਟ ਕਰੇਗੀ। ਇਹਦਾ ਮਤਲਬ ਵੈਲੋਸਿਟੀ ਦੇ ਜਦੋਂ ਦੋ ਕੰਪੋਨੈਂਟਸ ਹੋਏ, ਇੱਕ ਕੰਪੋਨੈਂਟ ਕਰਕੇ ਸਾਡੇ ਕੋਲ ਮੈਕਸਿਮਮ ਲੌਰੈਂਜ ਫੋਰਸ ਆਏਗੀ, ਕਿਉਂਕਿ ਐਂਗਲ 90 ਹੈ। ਕਿਹੜਾ ਹੈਗਾ ਕੰਪੋਨੈਂਟ, V2। This component is responsible for Lorentz magnetic force act on the charged particle which enter in the uniform magnetic field. ਇਹਦੇ ਕਰਕੇ ਫੋਰਸ ਐਕਟ ਕਰੇਗੀ, ਇਹਦੇ ਕਰਕੇ ਫੋਰਸ ਐਕਟ ਜਿਹੜੀ ਹੈ ਉਹ ਨਹੀਂ ਕਰੇਗੀ। ਇਹਦੇ ਬਾਰੇ ਜਿਹੜੀ ਹੈ ਡਿਸਕਸ਼ਨ ਮੈਂ ਬਾਅਦ ਚ ਕਰਾਂਗਾ। ਪਹਿਲਾਂ ਅਸੀਂ ਦੇਖਣਾ ਹੈ ਕਿ ਲੌਰੈਂਜ ਫੋਰਸ ਨੂੰ ਅਸੀਂ ਨਿਕਾਲਣਾ ਹੈ, ਤੇ ਉਹ ਸਾਡੇ ਕੋਲ ਪਤਾ ਲੱਗ ਗਿਆ ਕਿ V2 ਕਰਕੇ ਆਏਗੀ, ਕਿਉਂਕਿ ਇਹ ਪਰਪੈਂਡੀਕੂਲਰ ਆ ਗਿਆ। ਨਾਓ ਆਓ ਇਸ ਨੂੰ ਜਿਹੜਾ ਹੁਣ ਅਸੀਂ ਫਰਦਰ ਜਿਹੜਾ ਸਟੱਡੀ ਕਰਦੇ ਹਾਂ। ਦੋ ਕੰਪੋਨੈਂਟ ਆ ਗਏ ਸਾਡੇ ਕੋਲ। ਨਾਓ ਪਲੀਜ਼ ਟੈਲ ਮੀ, ਜਦੋਂ ਵੀ ਲੌਰੈਂਜ ਫੋਰਸ ਐਕਟ ਕਰਦੀ ਹੈ ਉਦੋਂ ਅਸੀਂ ਕਿਹੜਾ ਰੂਲ ਅਪਲਾਈ ਕਰਕੇ ਡਾਇਰੈਕਸ਼ਨ ਨਿਕਾਲਦੇ ਹਾਂ। ਅਸੀਂ ਪਿੱਛੇ ਸਟੱਡੀ ਕੀਤਾ ਸੀ ਕਿ ਜਦੋਂ ਵੀ ਲੌਰੈਂਜ ਫੋਰਸ ਦੀ ਡਾਇਰੈਕਸ਼ਨ ਨਿਕਾਲਣੀ ਹੈ ਤੇ ਸਾਨੂੰ ਜਿਹੜਾ ਹੈ ਫਲੇਮਿੰਗ ਲੈਫਟ ਹੈਂਡ ਰੂਲ ਯੂਜ਼ ਕਰਨਾ ਪਏਗਾ। ਲੈਫਟ ਹੈਂਡ ਰੂਲ ਦੇ ਅਕੋਰਡਿੰਗ ਅਸੀਂ ਜਿਹੜੀ ਹੈ ਇਹਦੀ ਡਾਇਰੈਕਸ਼ਨ ਦੱਸ ਸਕਦੇ ਹਾਂ, ਜਾਂ ਅਸੀਂ ਰਾਈਟ ਹੈਂਡ ਰੂਲ ਦੇ ਅਕੋਰਡਿੰਗ ਵੀ ਇਹਦੀ ਡਾਇਰੈਕਸ਼ਨ ਜਿਹੜੀ ਹੈ ਆਪਾਂ ਸ਼ੋ ਕਰ ਸਕਦੇ ਹਾਂ। ਆਓ ਇਸ ਨੂੰ ਪਹਿਲਾਂ ਅਸੀਂ ਫਲੇਮਿੰਗ ਲੈਫਟ ਹੈਂਡ ਰੂਲ ਦੇ ਅਕੋਰਡਿੰਗ ਚੱਲਦੇ ਹਾਂ। ਨਾਓ ਲੈਫਟ ਹੈਂਡ ਰੂਲ ਦੇ ਅਕੋਰਡਿੰਗ ਕੀ ਹੈ, ਫਲੇਮਿੰਗ ਫਸਟ ਫਿੰਗਰ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਚ ਹੋਣੀ ਚਾਹੀਦੀ ਹੈ। ਇਹ ਬੇਟਾ ਸਾਨੂੰ ਕਲੀਅਰ ਹੈ। ਇਹ ਜਿੱਧਰ ਨੂੰ ਚਾਰਜ ਪਾਰਟੀਕਲ ਮੂਵ ਕਰਦਾ ਹੈ, ਪੋਜ਼ਿਟਿਵ ਚਾਰਜ ਹੈ, ਜਿੱਧਰ ਨੂੰ ਉਹਦੀ ਵੈਲੋਸਿਟੀ ਹੈ ਉਧਰ ਨੂੰ ਹੋਣੀ ਚਾਹੀਦੀ ਹੈ। ਤੇ ਇਹ ਸਾਨੂੰ ਜਿਹੜਾ ਹੈ ਦੱਸੇਗਾ ਡਾਇਰੈਕਸ਼ਨ ਆਫ ਫੋਰਸ ਜਿਹੜੀ ਐਕਟ ਕੀਤੀ ਹੈ। ਆਓ ਚੈੱਕ ਕਰੀਏ। ਮੈਗਨੈਟਿਕ ਫੀਲਡ ਇਜ਼ ਅਲੋਂਗ ਦਿਸ ਡਾਇਰੈਕਸ਼ਨ,
ਤੇ ਚਾਰਜ ਪਾਰਟੀਕਲ ਜਿਹੜਾ ਹੈ ਉਹ ਮੂਵ ਕਰ ਰਿਹਾ ਅਲੋਂਗ ਦਿਸ ਸਾਈਡ ਲਾਈਕ ਦਿਸ। ਇਸ ਤਰ੍ਹਾਂ ਅਸੀਂ ਕਰ ਲੈਂਦੇ ਆ। ਦੇਖੋ ਇੱਕੋ ਪਲੇਨ ਦੇ ਵਿੱਚ ਇੱਕੋ ਹੀ ਪਲੇਨ, ਆ ਸਾਡੀ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ, ਆ ਸਾਡਾ ਬਲੈਕ ਬੋਰਡ ਵਾਲਾ ਪਲੇਨ ਹੈ, ਇੱਕੋ ਪਲੇਨ ਚ ਹੈ ਦੋਨੋਂ। ਦੇਖੋ ਆ ਸਾਡੀ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ, ਇਹ ਸਾਡਾ ਆ ਗਿਆ ਵੈਲੋਸਿਟੀ ਜਿਹੜੀ ਹੈ v2 ਉੱਪਰ ਨੂੰ ਆ ਗਈ। ਦੈਨ ਥੰਬ ਦੇਖੋ ਮੇਰਾ ਕਿੱਧਰ ਗਿਆ, ਬਿਲਕੁਲ ਬਲੈਕ ਬੋਰਡ ਦੇ ਪਰਪੈਂਡੀਕੂਲਰ ਇਨਵਰਡ। ਇਹਦਾ ਮਤਲਬ ਜਿਹੜਾ ਆ ਚਾਰਜ ਪਾਰਟੀਕਲ ਹੈ ਉਹ ਇੱਧਰ ਜਾਣ ਦੀ ਬਜਾਏ ਜਿਹੜਾ ਬਲੈਕ ਬੋਰਡ ਦੇ ਇਸ ਤਰ੍ਹਾਂ ਜਾ ਰਿਹਾ ਸੀ ਉੱਪਰ ਨੂੰ, ਉਹ ਇੱਕਦਮ ਜਿਹੜਾ ਹੈ ਪਿਛਾਂ ਨੂੰ ਮੁੜ ਜਾਏਗਾ। ਇਟ ਮੂਵਸ ਡਾਇਰੈਕਟਲੀ ਇਨ ਆਪਣਾ ਇਨਵਰਡ ਪਰਪੈਂਡੀਕੂਲਰ ਟੂ ਦਾ ਬਲੈਕ ਬੋਰਡ, ਉਹ ਪਿਛਾਂ ਨੂੰ ਚਲਾ ਜਾਏਗਾ। ਇਹਦਾ ਮਤਲਬ ਚਾਰਜ ਪਾਰਟੀਕਲ ਹੁਣ ਇੱਧਰ ਨਹੀਂ ਜਾ ਰਿਹਾ, ਉਹ ਪਿਛਾਂ ਨੂੰ ਮੂਵ ਕਰ ਗਿਆ। ਨਾਓ ਜਦੋਂ ਪਿਛਾਂ ਨੂੰ ਚਲਾ ਗਿਆ ਅਸੀਂ ਕੀ ਕਰਦੇ ਹਾਂ, ਮੈਗਨੈਟਿਕ ਫੀਲਡ ਇੱਧਰ ਹੀ ਹੈ। ਹੁਣ ਅਸੀਂ ਸ਼ੋ ਕਰਾਂਗੇ ਇਸ ਤਰ੍ਹਾਂ, ਕਿਉਂਕਿ ਚਾਰਜ ਪਾਰਟੀਕਲ ਉੱਪਰੋਂ ਜਾ ਕੇ ਪਿਛਾਂ ਨੂੰ ਚਲਾ ਗਿਆ। ਆਹ ਡਾਇਰੈਕਸ਼ਨ ਹੋ ਗਈ ਤੁਹਾਡੇ ਮੋਸ਼ਨ ਦੀ, ਤੇ ਇਹ ਸਾਡੇ ਕੋਲ ਕੀ ਆ ਗਿਆ ਦੇਖੋ ਧਿਆਨ ਨਾਲ, ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ। ਤੇ ਉਹ ਚਾਰਜ ਪਾਰਟੀਕਲ ਜਿਹੜਾ ਹੈ ਪਿੱਛੇ ਜਾਣ ਦੀ ਜਗ੍ਹਾ ਤੇ ਉਹ ਸਾਡੇ ਕੋਲ ਜਿਹੜਾ ਹੈ ਨੀਚੇ ਨੂੰ ਆ ਗਿਆ। ਦੇਖੋ ਜੋ ਨੀਚੇ ਨੂੰ ਆਇਆ, ਉਸ ਤੋਂ ਬਾਅਦ ਅਸੀਂ ਜਿਹੜਾ ਇਹਨੂੰ ਇਸ ਤਰ੍ਹਾਂ ਰੱਖਾਂਗੇ, ਚਾਰਜ ਪਾਰਟੀਕਲ ਇੱਧਰ ਨੂੰ ਆ ਗਿਆ। ਜਦੋਂ ਚਾਰਜ ਪਾਰਟੀਕਲ ਇੱਧਰ ਆਇਆ ਇਸ ਤਰ੍ਹਾਂ ਰੱਖਾਂਗੇ ਤੇ ਚਾਰਜ ਪਾਰਟੀਕਲ ਤੁਹਾਡਾ ਫਿਰ ਉੱਪਰ ਨੂੰ ਚਲਾ ਗਿਆ। ਕਹਿਣ ਦਾ ਮਤਲਬ ਚਾਰਜ ਪਾਰਟੀਕਲ ਪਹਿਲਾਂ ਜਿਹੜਾ ਸੀ ਇਸ ਤਰ੍ਹਾਂ ਜਾ ਰਿਹਾ ਸੀ। ਮੈਂ ਕਾਪੀ ਫੜਦਾ, ਮੰਨ ਲਓ ਆ ਸਾਡਾ ਕਾਪੀ ਦਾ ਪੇਜ ਹੈ। ਪਹਿਲਾਂ ਚਾਰਜ ਪਾਰਟੀਕਲ ਸੀ ਇਸ ਤਰ੍ਹਾਂ ਜਾ ਰਿਹਾ, ਤੇ ਜਦੋਂ ਫੋਰਸ ਲੱਗੀ ਚਾਰਜ ਪਾਰਟੀਕਲ ਐ ਨੂੰ ਚਲਾ ਗਿਆ। ਉਸ ਤੋਂ ਬਾਅਦ ਇੱਧਰ ਨੂੰ ਆ ਗਿਆ, ਫਿਰ ਉੱਪਰ ਆ ਗਿਆ, ਫਿਰ ਇਸ ਤਰ੍ਹਾਂ। ਇਹਦਾ ਮਤਲਬ ਚਾਰਜ ਪਾਰਟੀਕਲ ਜਿਹੜਾ ਹੈ ਇਟ ਵਿਲ ਡਿਸਕ੍ਰਾਈਬ ਸਰਕੂਲਰ ਪਾਥ। ਪਹਿਲਾਂ ਇਸ ਤਰ੍ਹਾਂ, ਫਿਰ ਪਿੱਛੇ ਨੂੰ, ਫਿਰ ਨੀਚੇ ਨੂੰ, ਫਿਰ ਫਰੰਟ ਨੂੰ, ਫਿਰ ਉੱਪਰ ਨੂੰ। ਇਹਦਾ ਮਤਲਬ ਉਹ ਇੱਕ ਸਰਕੂਲਰ ਜਿਹੜਾ ਹੈ ਪਾਥ ਡਿਸਕ੍ਰਾਈਬ ਕਰੇਗਾ। ਤੇ ਜਿਹਨੂੰ ਅਸੀਂ ਦੇਖੋ ਆ ਸ਼ੋ ਕੀਤਾ ਹੈ ਕਿ ਇਟ ਵਿਲ ਡਿਸਕ੍ਰਾਈਬ ਸਰਕੂਲਰ ਪਾਥ। ਜਾਂ ਅਸੀਂ ਇਸ ਨੂੰ ਰਾਈਟ ਹੈਂਡ ਰੂਲ ਦੇ ਅਕੋਰਡਿੰਗ ਵੀ ਸ਼ੋ ਕਰ ਸਕਦੇ ਹਾਂ। ਦੇਖੋ q v ਵੈਕਟਰ ਕ੍ਰਾਸ b ਵੈਕਟਰ, ਅਸੀਂ ਇਹ ਫਾਰਮੂਲਾ ਪੜਿਆ ਲੌਰੈਂਜ ਫੋਰਸ ਨੂੰ ਜਦੋਂ ਅਸੀਂ ਵੈਕਟਰ ਫਾਰਮ ਚ ਲਿਖਦੇ ਹਾਂ, q v ਕ੍ਰਾਸ b, v ਕ੍ਰਾਸ b ਜਦੋਂ ਅਸੀਂ ਕ੍ਰਾਸ ਪ੍ਰੋਡਕਟ ਆਵੇ ਅਸੀਂ ਰਾਈਟ ਹੈਂਡ ਥੰਬ ਰੂਲ ਦੇ ਅਕੋਰਡਿੰਗ ਸ਼ੋ ਕਰੀਏ। ਅਸੀਂ v ਵਾਲੇ ਪਾਸੇ ਆਪਣੇ ਫਿੰਗਰਸ ਰੱਖਾਂਗੇ ਤੇ ਕਿੱਧਰ ਨੂੰ ਘੁਮਾ ਦਾਂਗੇ, ਜਿੱਧਰ ਨੂੰ ਮੈਗਨੈਟਿਕ ਫੀਲਡ ਹੈ। ਇਟ ਵਿਲ ਮੂਵ ਲਾਈਕ ਦਿਸ, ਇਸ ਤਰ੍ਹਾਂ ਮੂਵ ਕਰੇਗਾ। ਇਹਦਾ ਮਤਲਬ ਹੈ ਇਟ ਵਿਲ ਡਿਸਕ੍ਰਾਈਬ ਸਰਕੂਲਰ ਪਾਥ। ਇਸ ਤਰ੍ਹਾਂ ਇਹ ਚਾਰਜ ਪਾਰਟੀਕਲ ਜਿਹੜਾ ਹੈ ਸਾਡਾ ਉਹ ਮੂਵ ਕਰਦਾ ਹੈ। ਹੁਣ ਇਹ ਚੀਜ਼ ਨੂੰ ਯਾਦ ਰੱਖਣਾ ਹੈ ਕਿ ਜਦੋਂ ਵੀ ਚਾਰਜ ਪਾਰਟੀਕਲ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ, ਬੇਟਾ ਨੋਟ ਕਰ ਲਓ ਕਾਪੀ ਦੇ ਉੱਪਰ, ਜਦੋਂ ਵੀ ਇੱਕ ਚਾਰਜ ਪਾਰਟੀਕਲ ਐਂਟਰ ਕਰੇ ਮੈਗਨੈਟਿਕ ਫੀਲਡ ਦੇ ਬਿਲਕੁਲ ਪਰਪੈਂਡੀਕੂਲਰ, ਤੇ ਉਹਦਾ ਜਿਹੜਾ ਹੈ ਪਾਥ ਸਰਕੂਲਰ ਹੋ ਜਾਂਦਾ ਹੈ। ਉਹਦਾ ਪਾਥ ਕਿਹੜਾ ਆਉਂਦਾ ਹੈ, ਸਰਕੂਲਰ। ਇਹ ਯਾਦ ਰੱਖਣਾ ਹੈ, when a charge particle enter in a direction perpendicular to the magnetic field, uniform magnetic field, then it describe a circular path। ਉਹਦਾ ਜਿਹੜਾ ਪਾਥ ਆਏਗਾ ਸਾਡੇ ਕੋਲ ਸਰਕੂਲਰ ਆਏਗਾ। ਹੁਣ ਇਸ ਤੋਂ ਬਾਅਦ ਜਿਹੜਾ ਹੈ ਅਸੀਂ ਥੋੜੀ ਜਿਹੀ ਹੁਣ ਇਹਦੀ ਕੈਲਕੂਲੇਸ਼ਨ ਕਰਦੇ ਹਾਂ। ਨਾਓ Lorentz force experienced by a charged particle is due to only ਕੰਪੋਨੈਂਟ। ਕਿਹੜਾ ਕੰਪੋਨੈਂਟ ਸੀ, v sin θ, ਜਿਹਨੂੰ ਅਸੀਂ ਕੀ ਨਾਮ ਦਿੱਤਾ ਹੈ, v2। Lorentz force experienced by the charged particle is due to the only component v sin θ, ਜਿਹਨੂੰ ਅਸੀਂ ਕਹਿ ਦਿੱਤਾ v2। Therefore F equal to Lorentz force ਕਿੰਨੀ ਆਏਗੀ, ਫਾਰਮੂਲਾ ਕੀ ਹੁੰਦਾ ਹੈ, q v b, ਸਾਡੇ ਕੋਲ ਆ ਗਿਆ sin 90। sin 90 ਕਿਉਂ ਲਿਖਿਆ, ਇਹ ਡਾਇਗਰਾਮ ਮੈਂ ਇਹਨੂੰ ਸ਼ੋ ਕਰਨ ਲੱਗਾ। sin 90 ਤੇ ਇੱਥੇ ਲਿਖਾਂਗੇ ਅਸੀਂ v2।
वेलोसिटी का केड़ा कंपोनेंट ले रहे हैं ਅਸੀਂ v2 आगे आ गया b sin 90 क्यों बिकॉज they are perpendicular to each other now q ਦਾ q v2b sin 90 कितना ਹੁੰਦਾ ਸਾਡੇ ਕੋਲ 1 ਇਹ ਸਾਡਾ 1 ਹੋ ਗਿਆ ਬਾਕੀ ਰਹਿ ਗਿਆ q v2b ਅਸੀਂ ਇੱਥੇ v2 ਦੀ ਵੈਲਿਊ ਪੁੱਟ ਕਰ ਦਿੰਨੇ ਆ v2 ਦੀ ਕਿੰਨੀ ਵੈਲਿਊ ਹੈ q v2 ਦੀ ਜਗ੍ਹਾ ਤੇ ਆ ਗਿਆ v sin थीटा ਤੇ ਨਾਲ ਆ ਗਿਆ ਸਾਡੇ ਕੋਲ b ਔਰ ਯੂ ਕੈਨ ਰਾਈਟ q v b b ਪਹਿਲਾਂ ਲਿਖ ਲਿਆ q v b ਅੱਗੇ ਆ ਗਿਆ ਸਾਡੇ ਕੋਲ sin थीटा this is the force ਜਿਹੜੀ ਐਕਸਪੀਰੀਅੰਸ ਕੀਤੀ ਹੈ ਚਾਰਜ ਪਾਰਟੀਕਲ ਨੇ ਕਿਹੜੇ ਕੰਪੋਨੈਂਟ ਕਰਕੇ ਸਾਡਾ ਕੰਪੋਨੈਂਟ ਕਿਹੜਾ ਸੀ ਸਾਡਾ v2 ਆਈ ਥਿੰਕ ਤੁਹਾਨੂੰ ਇਸ ਦਾ ਕਲੀਅਰ ਇਸ ਤੋਂ ਬਾਅਦ ड्यू टू दिस फोर्स की होएगा इस फोर्स करके ड्यू टू दिस फोर्स चार्ज्ड पार्टिकल विल डिस्क्राइब circular path according to right hand rule right hand rule लगा लोगे तो ਉਹਦੇ ਅਕੋਰਡਿੰਗ ਸਾਡਾ ਜਿਹੜਾ ਪਾਥ ਆਏਗਾ that will be circular ਉਹ ਸਾਡਾ ਜਿਹੜਾ ਹੈ ਸਰਕੂਲਰ ਪਾਥ ਆ ਜਾਏਗਾ ਨਾਓ ਇਹ ਤੁਸੀਂ ਕਰ ਲਿਆ ਇਸ ਤੋਂ ਬਾਅਦ ਜਦੋਂ ਚਾਰਜ ਪਾਰਟੀਕਲ ਨੇ ਸਰਕੂਲਰ ਪਾਥ ਡਿਸਕ੍ਰਾਈਬ ਕੀਤਾ ਅਸੀਂ ਪਿੱਛੇ +1 ਚ ਪੜਿਆ ਕੋਈ ਵੀ ਚੀਜ਼ ਸਰਕਲ ਚ ਮੂਵ ਕਰੇ ਤੇ ਇਹਦਾ ਮਤਲਬ ਹੈ ਕਿ ਉਹਦੇ ਉੱਪਰ ਇੱਕ ਫੋਰਸ ਜ਼ਰੂਰ ਐਕਟ ਕਰਦੀ ਹੈ ਉਹਦਾ ਨਾਮ ਹੁੰਦਾ ਹੈ ਸੈਂਟਰੀਪੀਟਲ ਫੋਰਸ ਇਹ ਤੁਸੀਂ ਆਲਰੇਡੀ ਡਿਸਕਸ ਕੀਤਾ ਹੈ ਜਦੋਂ ਵੀ ਚਾਰਜ ਪਾਰਟੀਕਲ ਸਰਕਲ ਚ ਮੂਵ ਕਰਨਾ ਸ਼ੁਰੂ ਕਰਦੇ ਇੱਕ ਫੋਰਸ ਉਹਨੂੰ ਘੁਮਾਉਣਾ ਸ਼ੁਰੂ ਕਰਦੀ ਹੈ ਉਹ ਫੋਰਸ ਕਿਹੜੀ ਹੁੰਦੀ ਹੈ ਸੈਂਟਰੀਪੀਟਲ ਫੋਰਸ ਤੇ ਉਹਨੂੰ ਪੈਦਾ ਕਿਹਨੇ ਕੀਤਾ ਸੈਂਟਰੀਪੀਟਲ ਫੋਰਸ ਨੂੰ ਪੈਦਾ ਉਹਨੇ ਕੀਤਾ ਜਿੰਨੇ ਸਰਕਲ ਚ ਘੁਮਾਇਆ ਤੇ ਸਰਕਲ ਚ ਘੁਮਾਉਣ ਵਾਲੀ ਸਾਡੀ ਲੌਰੈਂਜ ਫੋਰਸ ਸੀਗੀ ਇਹਦਾ ਮਤਲਬ ਲੌਰੈਂਜ ਫੋਰਸ ਜਿਹੜੀ ਹੈ ਅੱਗੇ ਜਾ ਕੇ ਉਹ ਕਨਵਰਟ ਹੋ ਗਈ ਕਾਦੇ ਵਿੱਚ ਕਨਵਰਟ ਹੋ ਜਾਂਦੀ ਹੈ ਸੈਂਟਰੀਪੀਟਲ ਫੋਰਸ ਅੱਗੇ ਲਿਖਣਾ ਹੈ ਅਸੀਂ ਨਾਓ Lorentz force will provide the centripetal force therefore Lorentz force ਕਿਹੜੀ ਸੀ ਸਾਡੀ ਜਿਹੜੀ ਇਕੁਏਸ਼ਨ ਨੰਬਰ 1 ਲਿਖੀ ਸੀ ਅਸੀਂ q v b sin theta ਇਹ ਸਾਡੀ ਸੀਗੀ Lorentz force ਇਹ ਇਕੁਏਸ਼ਨ ਨੰਬਰ 1 ਇਹ ਕਿਹਦੇ ਕੋਲ ਆ ਗਈ ਸਾਡੇ ਕੋਲ ਆ ਗਈ ਸੈਂਟਰੀਪੀਟਲ ਫੋਰਸ ਸੈਂਟਰੀਪੀਟਲ ਫੋਰਸ ਦਾ ਬੇਟਾ ਫਾਰਮੂਲਾ mv²/r ਇਹ ਤੁਸੀਂ +1 ਚ ਸਟੱਡੀ ਕੀਤਾ ਹੈ ਆ ਸਾਡੀ ਸੈਂਟਰੀਪੀਟਲ ਫੋਰਸ ਤੇ ਇਹ ਮੈਂ ਇਕੁਏਸ਼ਨ ਨੰਬਰ 1 ਚ ਪ੍ਰੂਵ ਕੀਤੀ ਸੀ ਲੌਰੈਂਜ ਫੋਰਸ ਪਰ ਇੱਥੇ v ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਇੱਥੇ v ਸੋਚੋ ਕਿਹੜਾ ਆਏਗਾ ਇਹ ਕਿਹੜੇ ਕੰਪੋਨੈਂਟ ਦੀ ਗੱਲ ਹੋ ਰਹੀ ਹੈ v2 ਦੀ ਇੱਥੇ ਲਿਖਣਾ ਧਿਆਨ ਨਾਲ ਅਸੀਂ ਇੱਥੇ ਲਿਖਾਂਗੇ v2 ਤੇ ਇੱਥੇ ਵੀ ਅਸੀਂ ਲਿਖ ਸਕਦੇ ਹਾਂ q v sin θ ਦੇਖੋ ਆ ਵਾਲੀ ਚੀਜ਼ v sin θ ਨੂੰ ਮੈਂ v2 ਹੀ ਲਿਖਣ ਲੱਗਾ v sin θ ਨੂੰ v2 ਨਾਲ ਅੱਗੇ ਆ ਗਿਆ ਸਾਡੇ ਕੋਲ b = m v2/r ਇਹਨੂੰ ਅਸੀਂ v2 ਲਿਖ ਦਿੱਤਾ ਇੱਕ v2 ਨਾਲ ਸਾਡਾ ਇੱਕ v2 ਜਿਹੜਾ ਹੈ ਉਹ ਸਾਡੇ ਕੋਲ ਕੈਨਸਲ ਹੋ ਗਿਆ ਤੇ ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈ ਇਕੁਏਸ਼ਨ ਚ ਕੀ ਬਚਿਆ ਇਧਰੋਂ ਬਚ ਗਿਆ q ਨਾਲ ਬਚ ਗਿਆ b = ਇਧਰ ਆ ਗਿਆ m v2 ਡਿਵਾਈਡਡ ਬਾਈ ਸਾਡੇ ਕੋਲ ਆ ਗਿਆ r ਤੇ ਵਿੱਚੋਂ ਅਸੀਂ ਜਿਹੜਾ ਹੈ v2 ਦੀ ਅਸੀਂ ਜਿਹੜੀ ਹੈ ਉਹ ਵੈਲਿਊ ਨਿਕਾਲਣ ਲੱਗੇ ਆ ਸਾਡੇ ਕੋਲ v2 ਕਿੰਨਾ ਆ ਗਿਆ r ਨੂੰ ਉੱਪਰ ਲੈ ਗਏ q r b ਡਿਵਾਈਡਡ ਬਾਈ m ਵਿੱਚੋਂ ਅਸੀਂ ਜਿਹੜੀ ਹੈ v2 ਦੀ ਜਿਹੜੀ ਹੈ ਅਸੀਂ
वैल्यू निकाल ली क्यू आर बी डिवाइडेड बाय साढ़े को आ गया एम। नाउ एंगुलर फ्रीक्वेंसी ओमेगा, एंगुलर फ्रीक्वेंसी असी किस तरह निकालते हैं, सानू पता है V ओवर R। एंगुलर फ्रीक्वेंसी लिखो जां इनू एंगुलर वेलोसिटी भी बोलते हैं, V ओवर R। ठीक है बेटा, प्लस वन च फॉर्मूला पढ़िया सी कि V इज इक्वल टू R ओमेगा ते विचों असी ओमेगा की वैल्यू निकाली V ओवर R। पर इत्थे किहड़े कंपोनेंट की गल हो रही है, साडे कोल कंपोनेंट हैगा V2। इत्थे V2 की वैल्यू असी पुट करांगे, कितनी आ जाएगी Q R B ओवर कितना हैगा M ते थल्ले एक होर की गा साडे कोल R। ए R आ वाला ते आ V2 की वैल्यू आ गई ते R नाल R कैंसल, साडे कोल बच गया QB डिवाइडेड बाय M। दिस इज द एंगुलर वेलोसिटी। जदों कोई चीज सर्कल च घूमती है तो ओदी जिहड़ी है एंगुलर वेलोसिटी होएगी दैट इज गिवन बाय QB डिवाइडेड बाय M। ए साडी आ गई एंगुलर वेलोसिटी। नाउ ओमेगा इज इक्वल टू 2 पाई न्यू। एंगुलर वेलोसिटी का फॉर्मूला 2 पाई इंटू फ्रीक्वेंसी, 2 पाई न्यू विचों असी न्यू की वैल्यू निकाल ली, फ्रीक्वेंसी निकालने लगे हैं। ओमेगा नू 2 पाई नाल असी डिवाइड कर दांगे, विचों असी निकाल रहे हैं फ्रीक्वेंसी। फ्रीक्वेंसी मतलब वो एक सैकंड दे विच किन्ने चक्कर लगाएगा, जो उन्हें सर्कल च घूमना है तो ओदी फ्रीक्वेंसी होएगी हाउ मैनी रेवोल्यूशंस इट विल डू इन 1 सैकंड। एक सैकंड च किन्ने चक्कर लगांदा है, वो असी फ्रीक्वेंसी निकाल रहे हैं। नाउ ओमेगा की वैल्यू साडे कोल आ गई QB ओवर कितना हैगा M, नाल थल्ले की लग जाएगा 2 पाई। दिस इज द फ्रीक्वेंसी QB ओवर 2 पाई M। नाउ फ्रीक्वेंसी दा रेसिप्रोकल करिए ते साडे को लगेगा टाइम पीरियड। टाइम पीरियड मैंने एक चक्कर पूरा करन दे विच ओनू जिहड़ा टाइम लगेगा दैट इज आवर टाइम पीरियड। ते टाइम पीरियड की जिहड़ी वैल्यू है इट इज 1 ओवर ओमेगा। एदा रेसिप्रोकल कर दो, यानी कि सॉरी 1 ओवर फ्रीक्वेंसी। फ्रीक्वेंसी का असी रेसिप्रोकल कर देंगे ते साडे कोल टाइम पीरियड की कितनी वैल्यू आ गई, ऊपर आ जाएगा 2 पाई M डिवाइडेड बाय QB। दिस इज द टाइम पीरियड एंड दिस इज द फ्रीक्वेंसी ऑफ द चार्ज पार्टिकल। जदों चार्ज पार्टिकल मूव करेगा ओदी फ्रीक्वेंसी भी निकालनी है ते ओदा असी जिहड़ा है टाइम एक चक्कर पूरा करन दा वो भी असी जिहड़ा है कैलकुलेट कीता है। बहुत ही ईजी आर्टिकल है बेटा, ਇਹਦੇ ਵਿੱਚ सिर्फ तो सिर्फ ਤੁਸੀਂ एक चीज का ध्यान रखना है कि ਜਦੋਂ भी सर्कल च घूमेगा कौन घुमाएगा, अपना लॉरेंज फोर्स। ਉਹਦੇ ਕਰਕੇ ਕਿਹੜੀ फोर्स पैदा होएगी, सेंट्रीपीटल फोर्स। बेटा जिस तरह ਅਸੀਂ ऑर्बिटल वेलोसिटी पढ़ी सी +1 ਦੇ ਵਿੱਚ, ਉਹਦੇ ਵਿੱਚ ग्रेविटेशनल फोर्स ने ਜਿਹੜੀ ਹੈ ਉਹਨੂੰ सेंट्रीपीटल फोर्स प्रोवाइड ਕੀਤੀ ਸੀ, ਉਹੀ ਚੀਜ਼ ਹੈ ਇੱਥੇ लॉरेंज फोर्स ने सेंट्रीपीटल फोर्स। ਤੇ सेंट्रीपीटल फोर्स ਦਾ ਫਾਰਮੂਲਾ mv²/r ਤੇ v ਦੇ ਪੈਰ 'ਚ 2 ਜ਼ਰੂਰ ਪਾਣਾ ਹੈ ਕਿਉਂਕਿ ਅਸੀਂ ਇਹ ਕੰਪੋਨੈਂਟ ਦੀ ਗੱਲ ਕਰ ਰਹੇ ਹਾਂ। ਕਿਹੜਾ ਕੰਪੋਨੈਂਟ, v sin θ। ਇਹ ਸਾਡੇ ਕੋਲ ਜਿਹੜਾ ਹੈ ਉਹ ਕੰਪੋਨੈਂਟ ਹੈ। ਨਾਓ इस चीज नूं जरा ध्यान नाल देखो, दोनों नूं फॉर्मूले जिहड़े मैं बॉक्स च बंद कीते। बेटा चार्ज टू मास रेशो ध्यान रखियो, Q ओवर M। चार्ज टू मास रेशो +1 च तुसीं पढ़ी हुई है, केमिस्ट्री च आम तुसीं पढ़दे आ E ओवर M रेशो बोलदे आ। चार्ज टू मास, ए चार्ज ए मास। इत्थे भी देखो M नीचे ले आओ, चार्ज ते मास रेशो बन जाएगी रेसिप्रोकल करके। दोनों फॉर्मूले नूं ध्यान नाल देखो, ਇਹਦੇ ਵਿੱਚ ਵੀ वेलोसिटी ਜਿਹੜੀ ਹੈ नहीं है, ਇਹ फ्रीक्वेंसी है। ਇਹਦੇ ਵਿੱਚ ਵੀ ਕਿਤੇ वेलोसिटी नहीं है, ਇਹਦੇ ਵਿੱਚ ਵੀ वेलोसिटी नहीं है। ਇਹਦਾ मतलब जेकर ਸਾਡੇ ਕੋਲ दो ऐसे पार्टिकल्स होन जिन्हां दी चार्ज टू मास रेशो सेम है। दो ऐसे पार्टिकल है मान लो कोई जिन्हां दी चार्ज टू मास रेशो सेम है, पर वो मैग्नेटिक फील्ड च एंटर कर गए विद डिफरेंट वेलोसिटी।
वेलोसिटी उन्होंने वखरी आ वाली वेलोसिटी फर्क है, कोई तेज है किसी दी घट है, पर दोनों की चार्ज टू मास रेशो सेम है, देन बोथ विल टेक सेम टाइम टू कंप्लीट वन रेवोल्यूशन। दोनों का टाइम जेड़ा बिल्कुल सेम होएगा, फ्रीक्वेंसी सेम होएगी क्योंकि मैग्नेटिक फील्ड सेम है, आ कांस्टेंट है। जे चार्ज टू मास रेशो सेम है, वेलोसिटी भावें डिफरेंट है, वेलोसिटी ते आई नहीं विच, ਇਹਦਾ मतलब दो चार्ज पार्टिकल हैविंग सेम चार्ज टू मास रेशो if they entered in the uniform magnetic field with different velocity then they will complete the one revolution in the same time, इको टाइम ਦੇ ਵਿੱਚ ਉਹ ਉਹਨੂੰ ਕੀ ਕਰਨਗੇ, ਕਵਰ ਕਰਨਗੇ। ਨਾਓ ਨੈਕਸਟ ਜਿਹੜਾ ਹੈ ਟੌਪਿਕ ਸਾਡਾ ਗੱਲ ਕਰਨ ਲੱਗੇ ਅਸੀਂ v cos थीटा ਕਰਕੇ। ਹੁਣ ਬੇਟਾ ਜਿਹੜਾ ਧਿਆਨ ਨਾਲ ਦੇਖਣਾ ਹੈ, ਇਹ ਅਸੀਂ ਨਿਕਾਲ ਲਈ ਟਾਈਮ ਪੀਰੀਅਡ ਤੱਕ ਚੱਕਰ ਸਰਕੂਲਰ ਪਾਥ ਆ ਗਿਆ ਲੌਰੈਂਜ ਫੋਰਸ ਕਰਕੇ। ਹੁਣ ਗੱਲ ਕਰੀਏ v cos थीटा ਦਾ ਕੀ ਕੰਮ ਹੈ। ਇਹਨੇ ਤੇ ਲੌਰੈਂਜ ਫੋਰਸ ਪੈਦਾ ਕੀਤੀ, ਸਰਕੂਲਰ ਪਾਥ ਦੇਤਾ। ਹੁਣ v cos थीटा ਜਿਹੜਾ ਹੈ ਇਹਦੇ ਕਰਕੇ ਤੇ ਲੌਰੈਂਜ ਫੋਰਸ ਨਹੀਂ ਆਈ, ਬਟ ਇਹ ਵੈਲੋਸਿਟੀ ਦੇਖੋ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਚ ਹੈ। ਇਹਨੇ ਕੀ ਕਰਨਾ ਹੈ, ਜਦੋਂ ਚਾਰਜ ਪਾਰਟੀਕਲ ਇਸ ਤਰ੍ਹਾਂ ਦੇਖੋ ਸਰਕਲ ਚ ਮੂਵ ਕਰ ਰਿਹਾ ਹੈ, ਉਹ ਉੱਥੇ ਹੀ ਨਹੀਂ ਮੂਵ ਕਰੇਗਾ, ਇੱਕੋ ਜਗ੍ਹਾ ਤੇ ਮੂਵ ਨਹੀਂ ਕਰੇਗਾ। ਉਹਨੇ ਕੀ ਕਰਨਾ ਹੈ, ਜਿਸ ਤਰ੍ਹਾਂ ਫॉर एग्जांपल ਮੰਨ ਲਓ ਵੀ ਆਹ ਸਾਡਾ ਸਰਕੂਲਰ ਪਾਥ ਹੈ, ਜੇ ਚਾਰਜ ਪਾਰਟੀਕਲ ਇਸ ਤਰ੍ਹਾਂ ਮੂਵ ਕਰ ਰਿਹਾ ਇਹ ਤੇ v sin θ ਕਰਕੇ, ਪਰ ਜੇ ਇਸ ਤਰ੍ਹਾਂ ਕੀਤਾ ਅਗਲੀ ਵਾਰੀ ਇੱਥੇ ਆਏਗਾ ਲਾਈਕ ਦਿਸ, ਪਹਿਲਾਂ ਇਸ ਤਰ੍ਹਾਂ, ਅਗਲੀ ਵਾਰੀ ਇੱਥੇ, ਅਗਲੀ ਵਾਰੀ ਇੱਥੇ। ਇਟ ਵਿਲ ਮੂਵਸ ਲਾਈਕ ਹੈਲੀਕਲ ਪਾਥ, ਅੱਗੇ ਜਾਂਦਾ ਜਾਏਗਾ, ਇੱਕੋ ਜਗ੍ਹਾ ਤੇ ਮੂਵ ਨਹੀਂ ਕਰੇਗਾ। ਜੇ ਤੇ ਆ ਕੱਲਾ ਕੰਪੋਨੈਂਟ ਹੁੰਦਾ v sin, ਫਿਰ ਉਹਨੇ ਉੱਥੇ ਹੀ ਘੁੰਮਦਾ ਰਹਿਣਾ ਹੈ। ਬਟ ਇਹ ਜਿਹੜੀ ਵੈਲੋਸਿਟੀ ਹੈ v cos θ, ਇਹਦੇ ਕਰਕੇ ਚਾਰਜ ਪਾਰਟੀਕਲ ਲੀਨੀਅਰ ਡਿਸਟੈਂਸ ਵੀ ਕਵਰ ਕਰੇਗਾ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ। ਇਸ ਤਰ੍ਹਾਂ ਚਾਰਜ ਪਾਰਟੀਕਲ ਜਿਹੜਾ ਹੈ ਉਹ ਮੂਵ ਕਰੇਗਾ ਲਾਈਕ ਦਿਸ, ਇਟ ਵਿਲ ਮੂਵ ਲਾਈਕ ਦਿਸ। ਅੱਗੇ ਕੋ ਜਾ ਰਿਹਾ ਹੈ, ਚਾਰਜ ਸਰਕਲ 'ਚ ਕਿਉਂ ਘੁੰਮ ਰਿਹਾ ਹੈ, ਡਿਊ ਟੂ ਦਿਸ ਕੰਪੋਨੈਂਟ। ਚਾਰਜ ਪਾਰਟੀਕਲ ਅੱਗੇ ਕੋ ਜਾਣਾ ਸ਼ੁਰੂ ਹੋ ਗਿਆ ਡਿਊ ਟੂ v cos θ ਕੰਪੋਨੈਂਟ। ਇਹਦਾ ਮਤਲਬ v cos θ ਕੰਪੋਨੈਂਟ ਦਾ ਕੰਮ, ਇਟ ਵਿਲ ਪ੍ਰੋਵਾਈਡ the linear distance, linear path, a linear path provide ਕਰੇਗਾ। ਤੇ ਜਦੋਂ ਕੋਈ ਚੀਜ਼ ਸਰਕਲ 'ਚ ਵੀ ਘੁੰਮੇ, ਨਾਲ ਦੇ ਨਾਲ ਅੱਗੇ ਵੀ ਜਾਵੇ, ਤੇ ਅਸੀਂ ਬੋਲਦੇ ਹਾਂ ਉਹਦਾ ਪਾਥ ਜਿਹੜਾ ਕਿਹੜਾ ਹੁੰਦਾ ਹੈ, ਹੈਲੀਕਲ ਪਾਥ। ਉਸ ਪਾਥ ਦਾ ਨਾਮ ਹੁੰਦਾ ਹੈ ਹੈਲੀਕਲ। ਹੈਲੀਕਲ ਦੇ ਵਿੱਚ ਸਰਕੂਲਰ ਪਲੱਸ ਲੀਨੀਅਰ, ਲੀਨੀਅਰ ਵਾਸਤੇ v1, ਸਰਕੂਲਰ ਵਾਸਤੇ ਸਾਡੇ ਕੋਲ ਆ ਗਿਆ v2। ਇਹ ਦੋਨੋਂ ਦਾ ਕੰਮ ਹੈ, ਦੋਨਾਂ ਦਾ ਕੰਮ ਕਰਕੇ ਰਲ ਕੇ ਸਾਡਾ ਜਿਹੜਾ ਪਾਥ ਹੈ ਇਟ ਵਿਲ ਬਿਕਮ ਸਰਕੂਲਰ। ਉਹ ਸਾਡਾ ਜਿਹੜਾ ਪਾਥ ਬਣ ਜਾਂਦਾ ਹੈ ਸਰਕੂਲਰ। ਨਾਓ ਇੱਕ ਸਾਡੇ ਕੋਲ ਜਿਹੜਾ ਹੈ ਨਿੱਕਾ ਜਿਹਾ ਵਿੱਚ ਟੌਪਿਕ ਆਏਗਾ ਪਿਚ। ਪਿਚ ਕੀ ਚੀਜ਼ ਹੈ? ਇਟ ਇਜ਼ ਦ ਲੀਨੀਅਰ ਡਿਸਟੈਂਸ ਕਵਰਡ, it is a linear distance covered during one complete ਇੱਕ ਚੱਕਰ ਜਿਹੜਾ ਪੂਰਾ ਹੁੰਦਾ ਹੈ ਉਹ ਵਾਲਾ ਜਿਹੜਾ ਸਾਡਾ ਡਿਸਟੈਂਸ ਹੈ। ਦੇਖੋ ਜਿਸ ਤਰ੍ਹਾਂ ਇੱਥੋਂ ਸ਼ੁਰੂ ਹੋਇਆ, ਇਹ ਇੱਥੇ ਵਾਪਸ ਆ ਗਿਆ। ਇੱਥੋਂ ਸ਼ੁਰੂ ਹੋਇਆ ਸੀ, ਜਦੋਂ ਘੁੰਮੇਗਾ ਇੱਕ ਚੱਕਰ ਪੂਰਾ ਆਇਆ, ਇੱਥੇ ਆ ਗਿਆ। ਆ ਜਿਹੜਾ ਡਿਸਟੈਂਸ ਕਵਰ ਕੀਤਾ ਵਨ ਰੋਟੇਸ਼ਨ ਦੇ ਵਿੱਚ, ਉਹਨੇ ਜਿਹੜਾ ਆਪਣਾ ਕਵਰ ਕੀਤਾ ਡਿਸਟੈਂਸ, ਉਹਨੂੰ ਅਸੀਂ ਬੋਲਦੇ ਹਾਂ ਪਿਚ। ਤੇ ਇਹਦਾ ਮਤਲਬ ਪਿਚ ਕੀ ਚੀਜ਼ ਹੈ? ਡਿਸਟੈਂਸ। ਤੇ ਡਿਸਟੈਂਸ ਨੂੰ ਅਸੀਂ ਲਿਖ ਦਿੰਦੇ ਹਾਂ d ਦੇ ਨਾਲ। ਤੇ ਡਿਸਟੈਂਸ ਕੱਢਣ ਦਾ ਫਾਰਮੂਲਾ ਸਾਡੇ ਕੋਲ ਵੈਲੋਸਿਟੀ ਮਲਟੀਪਲਾਈ ਬਾय ਸਾਡੇ ਕੋਲ ਕੀ ਹੁੰਦਾ ਹੈ? ਟਾਈਮ। ਵੈਲੋਸਿਟੀ ਕਿਹੜੀ ਲਓਗੇ? ਸੋਚੋ, ਅਸੀਂ ਵੈਲੋਸਿਟੀ ਕਿਹੜੀ ਲੈਣੀ ਹੈ ਕਿ v cos θ। ਇਹ ਸਾਡੇ ਕੋਲ ਆ ਗਈ ਵੈਲੋਸਿਟੀ। ਤੇ ਨਾਲ ਅਸੀਂ ਬੇਟਾ ਜਿਹੜਾ ਟਾਈਮ ਕਿਹੜਾ ਲੈਣਾ ਹੈ?
ਟਾਈਮ ਲੈਣਾ ਹੈ ਇੱਕ ਚੱਕਰ ਪੂਰਾ ਕਰਨ ਦਾ, ਜਿਹੜਾ ਮੈਂ ਪਿੱਛੇ ਕੈਲਕੂਲੇਟ ਕੀਤਾ ਸੀ ਤੇ ਉਹਦੀ ਵੈਲਿਊ ਆਈ ਸੀ 2 ਪਾਈ m ਡਿਵਾਈਡਡ ਬਾਈ bq, 2 ਪਾਈ m ਡਿਵਾਈਡਡ ਬਾਈ bq। this is the pitch of the helical path। ਇਹ ਸਾਡੀ ਜਿਹੜੀ ਹੈ pitch ਆ ਗਈ helical path ਦੀ। it means when a charge particle entered at an angle theta, ਕੋਈ ਵੀ ਚਾਰਜ ਪਾਰਟੀਕਲ ਐਂਗਲ ਥੀਟਾ ਤੇ ਐਂਟਰ ਕਰੇ ਤੇ ਉਹਦਾ ਪਾਥ ਕਿਹੜਾ ਹੁੰਦਾ ਹੈ ਸਾਡੇ ਕੋਲ, ਉਹਦਾ ਪਾਥ ਦਾ ਨਾਮ ਹੋਏਗਾ ਸਾਡੇ ਕੋਲ ਹੈਲੀਕਲ। ਨਾਓ ਇਸ ਨੂੰ ਅਸੀਂ ਸਮ ਅਪ ਕਰ ਲਈਏ ਸਿਰਫ 2 ਮਿੰਟ। ਜੇ ਤੇ ਚਾਰਜ ਪਾਰਟੀਕਲ, ਮੰਨ ਲਓ ਆ ਮੈਗਨੈਟਿਕ ਫੀਲਡ, ਚਾਰਜ ਪਾਰਟੀਕਲ ਐਂਟਰ ਇਸ ਤਰ੍ਹਾਂ ਕੀਤਾ ਪਰਪੈਂਡੀਕੂਲਰ, ਬਿਲਕੁਲ ਪਰਪੈਂਡੀਕੂਲਰ, फिर पाथ केड़ा आएगा सर्कुलर, वो पाथ आएगा सर्कुलर लॉरेंज फोर्स करके। लॉरेंज फोर्स करके गां केड़ी फोर्स मिलती है, सेंट्रीपीटल फोर्स। पर जे चार्ज पार्टिकल किसी एंगल ते एंटर किया, इस तरह एंगल ते एंटर किया 90 तो इलावा, इस वेलोसिटी के किन्ने कंपोनेंट हो जाने हैं, 2। एक कंपोनेंट परपेंडिकुलर आएगा, वो सर्कुलर पाथ देगा, दूजा कंपोनेंट मैग्नेटिक फील्ड की डायरेक्शन च आ जाएगा, वो लीनियर पाथ देगा, अगे खड़ेगा। ते सर्कुलर प्लस लीनियर पाथ जेड़ा रल के वो साडे कोल जेड़ा पाथ केड़ा बनदा है साडे कोल हेलिकल। आई थिंक कि तुहानू अज दा जेड़ा आर्टिकल क्लीयर हो गया। ਇਹਦੇ बेस दे उत्ते असीं एक नवा आर्टिकल करन जा रहे हैं नैक्सट लैक्चर दे विच, जिहदा नाम है साइक्लोट्रॉन, ते वो साडा बेटा 6 नंबर दा आर्टिकल होएगा। थैंक यू।